ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਰਵਨੀਤ ਕੌਰ ਵੋਕੇਸ਼ਨਲ ਟ੍ਰੇਨਰ ਅਪੈਰਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ ਰਾਜਪੂਤਾਂ ਅੰਮ੍ਰਿਤਸਰ ਵਿਖੇ ਸੇਵਾਵਾਂ ਨਿਭਾ ਰਹੀ ਹਾਂ। ਅੱਜ ਅਸੀਂ ਜਿਸ ਟੌਪਿਕ 'ਤੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਕਲਾਸ 12th ਦਾ ਯੂਨਿਟ 2 ਦਾ ਸੈਸ਼ਨ 2 ਰਿਜ਼ਲਟ ਓਰੀਐਂਟਡ। ਰਿਜ਼ਲਟ ਤੋਂ ਮਤਲਬ ਨਤੀਜਾ ਔਰ ਓਰੀਐਂਟਡ ਤੋਂ ਮਤਲਬ ਅਨੁਕੂਲਤਾ। ਕਹਿਣ ਤੋਂ ਭਾਵ ਨਤੀਜਾ ਅਨੁਕੂਲਤਾ ਇੱਕ ਅਜਿਹਾ ਸ਼ਬਦ ਹੈ ਜਿਸ ਦੀ ਪਛਾਣ ਕਰਨ ਲਈ ਇੱਕ ਵਿਅਕਤੀ ਦੀ ਯੋਗਤਾ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ ਕਿ ਕਿਹੜੇ ਨਤੀਜੇ ਮਹੱਤਵਪੂਰਨ ਹੁੰਦੇ ਹਨ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਲਈ ਕਿਹੜੇ ਕਦਮ ਚੁੱਕੇ ਜਾਣ ਦੀ ਲੋੜ ਹੁੰਦੀ ਹੈ। ਇਸ ਦਾ ਅਰਥ ਹੈ ਕਿਸੇ ਨਿਰਧਾਰਤ ਕੰਮ ਦੇ ਨਤੀਜੇ ਉੱਪਰ ਕੇਂਦਰਿਤ ਕਰਨਾ। ਕਹਿਣ ਤੋਂ ਭਾਵ ਕਿ ਅਸੀਂ ਲਾਈਫ ਵਿੱਚ ਕੋਈ ਵੀ ਕੰਮ ਕਰਦੇ ਹਾਂ, ਕੋਈ ਵੀ ਗੋਲ ਅਚੀਵ ਕਰਨਾ ਹੁੰਦਾ ਹੈ ਅਤੇ ਸਾਡਾ ਧਿਆਨ ਉਸ ਦੀ ਆਊਟਕਮ ਉੱਪਰ ਹੁੰਦਾ ਹੈ ਕਿ ਉਹਦਾ ਰਿਜ਼ਲਟ ਕੀ ਨਿਕਲ ਕੇ ਸਾਡੇ ਸਾਹਮਣੇ ਆਏਗਾ। ਜਿਵੇਂ ਤੁਸੀਂ ਜਾਣਦੇ ਹੋ, ਤੁਸੀਂ ਕਿਹੜਾ ਨਤੀਜਾ ਪ੍ਰਾਪਤ ਕਰਨਾ ਚਾਹੁੰਦੇ ਹੋ ਕਿ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਉਹਦਾ ਤੁਸੀਂ ਇੱਕ ਇਮੈਜਿਨ ਕੀਤਾ ਹੁੰਦਾ ਕਿ ਇਹਦਾ ਰਿਜ਼ਲਟ ਜਿਹੜਾ ਉਹ ਕੀ ਆਏਗਾ। ਤੁਸੀਂ ਇਸ ਨੂੰ ਪ੍ਰਾਪਤ ਕਰਨ ਲਈ ਲੋੜੀਂਦੀਆਂ ਜਿਹੜੀਆਂ ਉਹਦੀਆਂ ਐਫਰਟਸ ਹੋਣਗੀਆਂ, ਕੋਸ਼ਿਸ਼ਾਂ ਹੋਣਗੀਆਂ, ਉਹਨਾਂ ਵੱਲ ਆਪਣਾ ਜਿਹੜਾ ਵਾ ਧਿਆਨ ਜਿਹੜਾ ਕੇਂਦਰਿਤ ਕਰੋਗੇ, ਫੋਕਸ ਕਰੋਗੇ, ਉਹਨਾਂ ਉੱਪਰ ਕੌਨਸਨਟਰੇਟ ਕਰਦੇ ਹੋ ਕਿ ਇਸ ਲਈ ਕਿ ਪਰਿਣਾਮ ਸਥਿਤੀ ਇੱਕ ਵਿਅਕਤੀ ਜਾਂ ਸੰਗਠਨ ਦਾ ਵਰਣਨ ਕਰਦੀ ਹੈ ਜੋ ਪ੍ਰਕਿਰਿਆ ਦੀ ਬਜਾਏ ਰਿਜ਼ਲਟ 'ਤੇ ਫੋਕਸ ਹੁੰਦੀ ਹੈ, ਰਿਜ਼ਲਟ ਦੇ ਉੱਪਰ ਕੇਂਦਰਿਤ ਹੁੰਦੀ ਹੈ। ਜੇ ਇੱਕ ਉਤਪਾਦ ਪੈਦਾ ਕਰਨ ਜਾਂ ਸੇਵਾਵਾਂ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਉਸ ਦਾ ਧਿਆਨ, ਜੋ ਵੀ ਵਿਅਕਤੀ ਹੈ ਉਸ ਦਾ ਧਿਆਨ ਹੁੰਦਾ ਹੈ ਕਿ ਉਹ ਰਿਜ਼ਲਟ ਤੋਂ, ਉਸ ਉਤਪਾਦ ਤੋਂ, ਉਸ ਮਟੀਰੀਅਲ ਤੋਂ ਸਾਨੂੰ ਆਊਟਕਮ ਕੀ ਮਿਲੇਗੀ। ਇੱਕ ਆਦਰਸ਼ ਕਰਮਚਾਰੀ ਨੂੰ ਕਿਰਿਆਸ਼ੀਲ ਅਤੇ ਨਤੀਜਾ ਪ੍ਰੇਰਿਤ ਹੋਣ ਦੀ ਜ਼ਰੂਰਤ ਹੈ। ਵਿਅਕਤੀ ਨੂੰ ਹਮੇਸ਼ਾ ਇਹ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਕੋਈ ਨਿਰਧਾਰਤ ਕੰਮ 'ਤੇ ਕੇਂਦਰਿਤ ਕਰਨ ਲਈ ਇਸ ਦਾ ਨਿਰਧਾਰਨ ਸਥਾਨ, ਇਕਾਈ, ਸੰਗਠਨ ਦਾ ਵਰਣਨ ਦਾ ਪ੍ਰਸਿੱਧੀ ਹੈ ਦੀ ਬਜਾਏ 'ਤੇ ਕੇਂਦਰਿਤ ਹੋ ਗਿਆ ਹੈ ਜੋ ਕਿ ਇੱਕ ਉਤਪਾਦ ਦੀ ਸੇਵਾ ਹੈ। ਇਕਸਾਰ ਆਦਰਸ਼ ਕਰਮਚਾਰੀ ਅੰਕਿਤ ਅਤੇ ਸਮਾਪਤੀ ਪ੍ਰੇਰਿਤ ਦੀ ਤਰੱਕੀ ਹੈ। ਵਿਅਕਤੀ ਨੂੰ ਹਮੇਸ਼ਾ ਇਹ ਕਦਮ ਚੁੱਕਣ ਦਾ ਨਿਰਮਾਣ ਕਰਾਉਂਦੀਆਂ ਹਨ। ਕੋਈ ਵੀ ਵਿਅਕਤੀ ਕੋਈ ਵੀ ਕੰਮ ਕਰਦਾ ਹੈ, ਕੁਛ ਵੀ ਆਪਣੀ ਲਾਈਫ ਵਿੱਚ ਪਾਉਣਾ ਚਾਹੁੰਦਾ ਹੈ, ਉਸ ਦਾ ਧਿਆਨ ਹਮੇਸ਼ਾ ਹੁੰਦਾ ਹੈ ਕਿ ਮੈਂ ਉਸ ਮੋਟਿਵ ਵੱਲ ਫੋਕਸ ਰਵਾਂ, ਉਹਦੇ ਵੱਲ ਕੌਨਸਨਟਰੇਟ ਕਰਾਂ। ਚੇਂਜਿਸ, ਤਬਦੀਲੀਆਂ ਲਈ ਕਿਹੜੇ ਸਰੋਤਾਂ ਦੀ ਜ਼ਰੂਰਤ ਹੈ। ਕਹਿਣ ਤੋਂ ਭਾਵ ਕਿ ਕੋਈ ਵੀ ਕੰਮ ਕੀਤਾ ਜਾਂਦਾ ਹੈ ਉਸ ਦੇ ਵਿੱਚ ਜੋ ਚੇਂਜਿਸ ਚਾਹੀਦੀਆਂ ਹਨ ਕਿ ਉਸ ਨੂੰ ਹੋਰ ਸੁਚੱਜੇ ਤਰੀਕੇ ਨਾਲ ਕੀਤਾ ਜਾ ਸਕੇ, ਉਹਦੇ ਵਾਸਤੇ ਕਿਹੜੇ ਸੋਰਸਿਸ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਅਤੇ ਕਿਸ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਜਾਂ ਕਿਸ ਨੂੰ ਇਹਦੇ ਬਾਰੇ ਦੱਸਣਾ ਚਾਹੀਦਾ ਹੈ। ਸਹੀ ਸਰੋਤਾਂ ਅਤੇ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਹਿਣ ਤੋਂ ਭਾਵ ਕਿ ਸਹੀ ਸੋਰਸ ਸਾਨੂੰ ਅਪਣਾਉਣੇ ਚਾਹੀਦੇ ਆ ਜੋ ਵੀ ਸਾਡੀ ਲਾਈਫ ਦੇ ਵਿੱਚ ਗੋਲ ਜਾਂ ਜੋ ਵੀ ਅਸੀਂ ਰਿਜ਼ਲਟ ਲੈਣਾ ਚਾਹੁੰਦੇ ਹਾਂ ਉਹਦੇ ਵਾਸਤੇ ਜਿਹੜੇ ਅਸੀਂ ਸਾਧਨ ਵਰਤਣੇ ਆ ਉਹ ਠੀਕ ਹੋਣੇ ਚਾਹੀਦੇ ਆ ਕਿ ਸਾਨੂੰ ਉਹਦੀ ਆਊਟਕਮ ਜਾਂ ਉਹਦਾ ਵੀ ਜੋ ਆਊਟਪੁੱਟ ਆ ਉਹ ਸਹੀ ਮਿਲ ਸਕੇ। ਕਿਸੇ ਨੂੰ ਉਹਨਾਂ ਨਤੀਜਿਆਂ ਨੂੰ ਪ੍ਰਾਪਤ ਕਰਨ ਲਈ ਲੋੜੀਂਦੇ ਸਰੋਤਾਂ ਅਤੇ ਸਾਧਨਾਂ ਦਾ ਮੁਲਾਂਕਣ ਕਰਨਾ ਚਾਹੀਦਾ ਕਿ ਕੀ ਉਪਲਬਧ ਹਨ। ਉਦਾਹਰਨ ਦੇ ਲਈ ਤੁਸੀਂ ਕਾਲਜ ਦੀ ਪ੍ਰੀਖਿਆ 'ਚ 70% ਅੰਕ ਪ੍ਰਾਪਤ ਕਰਨਾ ਚਾਹੁੰਦੇ ਹੋ। ਕੀ ਤੁਹਾਡੇ ਕੋਲ ਇਮਤਿਹਾਨ ਲਈ ਪੜ੍ਹਨ ਲਈ ਕਿਤਾਬਾਂ ਹਨ? ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਸੋਚੋਗੇ। ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਤੁਸੀਂ ਕੁਛ ਵੀ ਅਚੀਵ ਕਰਨਾ ਅਤੇ ਉਹ ਡਿਟਰਮਿਨਸ ਜਿਹੜੀਆਂ ਹੋਣਗੀਆਂ ਉਹਨਾਂ ਉੱਪਰ ਤੁਹਾਨੂੰ ਫੋਕਸ ਕਰਨਾ ਚਾਹੀਦਾ। ਉਹਦੀ ਰਿਐਲਿਟੀ ਜਿਹੜੀ ਆ ਉਹਨੂੰ ਹਮੇਸ਼ਾ ਹੀ ਆਪਣੇ ਮਾਇੰਡ ਵਿੱਚ ਰੱਖਣਾ ਚਾਹੀਦਾ ਕਿ ਪ੍ਰੈਕਟੀਕਲੀ ਮੈਂ ਇਹ ਵਰਕ ਕਰਾਂਗਾ ਤਾਂ ਮੈਨੂੰ ਇਹ ਰਿਜ਼ਲਟ ਜਿਹੜਾ ਪ੍ਰਾਪਤ ਹੋਏਗਾ। ਜਿਵੇਂ ਅਸੀਂ ਪਿੱਛੇ ਗੱਲ ਕੀਤੀ ਹੈ ਕਿ ਤੁਸੀਂ ਵਧੀਆ ਨੰਬਰ ਲੈਣਾ ਚਾਹੁੰਦੇ ਹੋ, ਕਿ ਤੁਹਾਡੇ ਕੋਲ ਬੁੱਕਸ ਹਨ? ਜੇ ਹਨ ਤਾਂ ਠੀਕ, ਜੇ ਨਹੀਂ ਹਨ ਤਾਂ ਤੁਹਾਨੂੰ ਕਿੱਥੋਂ ਅਤੇ ਕਿਵੇਂ ਪ੍ਰਾਪਤ ਹੋ ਸਕਦੀਆਂ ਹਨ। ਤੁਸੀਂ ਆਪਣੇ ਸਲਾਹਕਾਰ ਜਾਂ ਸੰਗੀ ਸਾਥੀ ਜੋ ਉਹਨਾਂ ਨਾਲ ਇੱਕ ਕਮਿਊਨੀਕੇਸ਼ਨ ਕਰੋਗੇ, ਸੰਚਾਰ ਕਰੋਗੇ, ਆਪਣਾ ਜਿਹੜਾ ਅਧਿਆਪਕ ਹੋਏਗਾ ਉਹਦੇ ਤੋਂ ਸਲਾਹ ਲਵੋਗੇ, ਗਾਈਡੈਂਸ ਲਵੋਗੇ, ਬਜ਼ੁਰਗਾਂ ਤੋਂ ਸਲਾਹ ਲਵੋਗੇ ਅਤੇ ਯਥਾਰਥਵਾਦੀ ਟੀਚਿਆਂ ਨੂੰ ਨਿਰਧਾਰਿਤ ਕਰਨ ਲਈ ਸਹਾਇਤਾ ਲਈ ਉਹਨਾਂ ਨਾਲ ਗੱਲ ਕਰੋਗੇ। ਫਿਰ ਤੁਹਾਨੂੰ ਇੱਕ ਕੈਲੰਡਰ ਬਣਾਉਣਾ ਚਾਹੀਦਾ। ਕੈਲੰਡਰ ਕਹਿਣ ਤੋਂ ਭਾਵ ਕਿ ਇੱਕ ਸਕੈਜੂਅਲ ਬਣਾਓ
कि नियमित अंतरालां ते प्रगति दी निगरानी ਲਈ ਇੱਕ ਕੈਲੰਡਰ ਜਿਹੜਾ ਉਹ ਸਾਨੂੰ ਜ਼ਰੂਰ ਬਣਾਉਣਾ ਚਾਹੀਦਾ। ਇਹ ਨਹੀਂ ਕਿ ਅਸੀਂ ਗੋਲ ਅਚੀਵ ਕਰਨਾ, ਉਹਦੇ ਵਾਸਤੇ ਵੀ ਵੈਸੇ ਵੀ ਰੂਟੀਨ ਲਾਈਫ ਵਿੱਚ ਆਪਾਂ ਕੋਈ ਵੀ ਕੰਮ ਕਰਦੇ ਹਾਂ ਉਹਦਾ ਸਾਡਾ ਹਰ ਇੱਕ ਕੰਮ ਦਾ ਇੱਕ ਸ਼ਡਿਊਲ ਹੋਣਾ ਚਾਹੀਦਾ, ਜੋ ਕਿ ਸਾਡੀ ਜਿਹੜੀ ਇੱਕ ਜ਼ਿੰਦਗੀ ਆ ਉਹਦੇ ਵਿੱਚ ਇੱਕ ਚੰਗੀ ਗੱਲ ਆ। ਟੀਚਾ ਨਿਰਧਾਰਤ ਸਾਨੂੰ ਇਹ ਸਮਝਾਉਣ ਵਿੱਚ ਸਹਾਇਤਾ ਕਰਦਾ ਕਿ ਅਸੀਂ ਕੀ ਚਾਹੁੰਦੇ ਹਾਂ, ਕਿ ਸਾਨੂੰ ਕੀ ਚਾਹੀਦਾ ਜ਼ਿੰਦਗੀ ਵਿੱਚ ਅਤੇ ਅਸੀਂ ਇਸ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਅਤੇ ਉਹਨੂੰ ਅਸੀਂ ਆਪਣੀ ਸਫਲਤਾ ਜਿਹੜੀ ਹੋਏਗੀ, ਸਕਸੈਸ ਹੋਏਗੀ, ਉਹਦੇ ਨਾਲ ਕਿਵੇਂ ਮਾਪਦੇ ਹਾਂ। ਟੀਚਾ ਲਿਖਣ ਲਈ ਜ਼ਰੂਰੀ ਹੈ ਕਿ ਸਾਨੂੰ ਇਸ ਦੇ ਉਦੇਸ਼ ਅਤੇ ਉਦੇਸ਼ਾਂ ਨੂੰ ਸਮਝਣਾ ਚਾਹੀਦਾ। ਆਓ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇੱਕ ਟੀਚੇ ਨੂੰ ਕਿਵੇਂ ਪਰਿਭਾਸ਼ਿਤ ਕਰਨਾ ਹੈ, ਕਿ ਉਸ ਦੀ ਪਰਿਭਾਸ਼ਾ ਕੀ ਹੋਣੀ ਚਾਹੀਦੀ ਹੈ। ਜੋ ਵੀ ਅਸੀਂ ਗੋਲ ਅਚੀਵ ਕਰਨਾ, ਜੋ ਵੀ ਅਸੀਂ ਲਾਈਫ 'ਚ ਪਾਉਣਾ ਚਾਹੁੰਦੇ ਹਾਂ ਜਾਂ ਜੋ ਵੀ ਕੋਈ ਕੰਮ ਕਰਨਾ ਚਾਹੁੰਦੇ ਹਾਂ, ਉਹਦਾ ਜਿਹੜਾ ਉਦੇਸ਼ ਆ, ਮੋਟਿਵ ਆ, ਉਹ ਕੀ ਹੋਣਾ ਚਾਹੀਦਾ। ਉਦਾਹਰਨ ਲਈ ਕੋਈ ਵੀ ਵਪਾਰੀ ਪ੍ਰੋਡਕਟ ਵੇਚਦਾ, ਉਹਦੇ ਮਨ 'ਚ ਇਹੀ ਹੋਏਗਾ ਕਿ ਗਾਹਕ ਜਿਹੜੇ ਹੋਣਗੇ, ਉਹਦੇ ਕਸਟਮਰ ਹੋਣਗੇ, ਉਹਨਾਂ ਦੀ ਸੰਤੁਸ਼ਟੀ ਜ਼ਰੂਰ ਹੋਵੇ। ਸਪੁਰਦਗੀ ਪ੍ਰਕਿਰਿਆ ਨੂੰ ਤੇਜ਼ ਕਰਨਾ ਆਦਿ ਟੀਚੇ ਵਿੱਚ ਕਿਵੇਂ ਫਰਕ ਪਾਏਗਾ, ਤਾਂ ਕਿ ਉਹਦੇ ਜੋ ਪ੍ਰੋਡਕਟ ਵੇਚਣੇ ਆ ਉਹਨੇ ਜਾਂ ਕੁਛ ਵੀ ਵੇਚਣਾ, ਉਹਦੀ ਜਿਹੜੀ ਡਿਮਾਂਡ ਉਹਦੇ ਵਿੱਚ ਵਾਧਾ ਹੋਵੇ, ਕਿ ਗਾਹਕਾਂ ਦੀ ਸੰਤੁਸ਼ਟੀ ਨੂੰ ਵਧਾਏਗਾ, ਕੀ ਇਹ ਉਤਪਾਦ ਜਾਂ ਸੇਵਾ ਦੀ ਮੰਗ ਵਿੱਚ ਵਾਧਾ ਕਰੇਗਾ, ਸਪੁਰਦਗੀ ਦੀ ਪ੍ਰਕਿਰਿਆ ਨੂੰ ਤੇਜ਼ ਕਰੇਗਾ ਅਤੇ ਨਤੀਜੇ ਵਜੋਂ ਉਤਪਾਦ ਦੀ ਗੁਣਵੱਤਾ 'ਤੇ ਬਿਹਤਰਤਾ ਮਿਲੇਗੀ। ਕਹਿਣ ਤੋਂ ਭਾਵ ਕਿ ਉਹ ਜੋ ਪ੍ਰੋਡਕਟ ਆਪਣਾ ਸੁਸਾਇਟੀ ਦੇ ਵਿੱਚ ਜਾਂ ਕਸਟਮਰਸ ਨੂੰ ਦੇ ਰਿਹਾ, ਕਿ ਉਹਦੀ ਜਿਹੜੀ ਕੁਆਲਿਟੀ ਆ, ਉਹ ਫੀਡਬੈਕ ਉਹਨੂੰ ਆਪਣੇ ਕਸਟਮਰਸ ਕੋਲੋਂ ਮਿਲੇਗੀ। ਟੀਚੇ ਨਿਰਧਾਰਤ ਕਰਨ ਲਈ ਛੋਟੀਆਂ ਛੋਟੀਆਂ ਚੀਜ਼ਾਂ ਦੀ ਵਰਤੋਂ ਕਰਨੀ ਪਏਗੀ। ਆਓ ਆਪਾਂ ਦੇਖੀਏ ਕਿ ਸਮਾਰਟ ਵਿੱਚ ਹਰੇਕ ਅੱਖਰ ਦਾ ਕੀ ਅਰਥ ਹੈ। ਖਾਸ ਟੀਚਿਆਂ ਨੂੰ ਖਾਸ ਸ਼ਬਦਾਂ ਵਿੱਚ ਦੱਸਿਆ ਜਾਣਾ ਚਾਹੀਦਾ ਹੈ। ਟੀਚਿਆਂ ਨੂੰ ਪ੍ਰਾਪਤ ਕਰਨਾ ਮੁਸ਼ਕਿਲ ਹੈ। ਖਾਸ ਟੀਚੇ ਸਾਨੂੰ ਇੱਕ ਠੋਸ ਜਿਹੜਾ ਵਾ ਉਹ ਮੋਟਿਵ ਦਿੰਦੇ ਆ। ਇਸ ਲਈ ਇੱਕ ਟੀਚੇ ਦਾ ਇੱਕ ਖਾਸ ਉਦੇਸ਼ ਹੋਣਾ ਚਾਹੀਦਾ ਹੈ। ਮਾਪਣਯੋਗ ਟੀਚੇ ਹਮੇਸ਼ਾ ਮਾਪਣਯੋਗ ਹੀ ਹੋਣੇ ਚਾਹੀਦੇ ਹਨ। ਜੇ ਅਸੀਂ ਆਪਣੀਆਂ ਮਾਪਣ ਵਾਲੀਆਂ ਸ਼ਰਤਾਂ ਵਿੱਚ ਆਪਣੇ ਟੀਚੇ ਨਿਰਧਾਰਿਤ ਨਹੀਂ ਕਰਦੇ ਤਾਂ ਮੁਲਾਂਕਣ ਕਰਨਾ ਮੁਸ਼ਕਿਲ ਹੈ ਕਿ ਅਸੀਂ ਉਹਨਾਂ ਨੂੰ ਪ੍ਰਾਪਤ ਕੀਤਾ ਜਾਂ ਨਹੀਂ ਕੀਤਾ, ਕਿ ਜੋ ਅਸੀਂ ਇਮੈਜਿਨ ਕੀਤਾ ਸੀ ਕਿ ਅਸੀਂ ਇਵੇਂ ਕਰਾਂਗੇ, ਉਹਦੇ ਵਿੱਚੋਂ ਸਾਨੂੰ ਕਿੰਨਾ ਪ੍ਰਾਪਤ ਹੋ ਗਿਆ ਔਰ ਉਹਦੇ ਵਿੱਚੋਂ ਕਿੰਨਾ ਰਹਿ ਗਿਆ। ਐਕਸ਼ਨ ਮੁਖੀ ਟੀਚੇ ਸਿਰਫ ਆਪਣੇ ਆਪ ਪੂਰੇ ਨਹੀਂ ਹੁੰਦੇ, ਉਹਨਾਂ ਨੂੰ ਕਰਨ ਵਿੱਚ ਸਾਨੂੰ ਐਕਟੀਵਿਟੀਜ਼ ਕਰਨੀਆਂ ਪੈਂਦੀਆਂ, ਕੰਮ ਕਰਨੇ ਪੈਂਦੇ, ਮਿਹਨਤ ਕਰਨੀ ਪੈਂਦੀ, ਮੁਸ਼ੱਕਤ ਕਰਨੀ ਪੈਂਦੀ ਹੈ। ਪ੍ਰਭਾਵੀ ਟੀਚੇ ਦੀ ਸੈਟਿੰਗ ਵਿੱਚ ਐਕਸ਼ਨ ਬੇਸਡ ਕਦਮ ਸ਼ਾਮਲ ਹੋਣੇ ਚਾਹੀਦੇ ਆ, ਜੋ ਟੀਚੇ ਨੂੰ ਪ੍ਰਾਪਤ ਕਰਨ ਲਈ ਅਨੁਸਰਨ ਕਰਨਗੇ। ਉਹ ਕੰਮ ਜੋ ਮੈਂ ਪਹਿਲਾਂ ਹੀ ਇਸ ਟੀਚੇ ਨੂੰ ਪ੍ਰਾਪਤ ਕਰਨ ਵੱਲ ਲੈ ਰਿਹਾ ਹਾਂ, ਉਹ ਕੰਮ ਜੋ ਇਸ ਸਮੇਂ ਨਹੀਂ ਲੈ ਰਿਹਾ ਹਾਂ ਪਰ ਇਸ ਟੀਚੇ ਨੂੰ ਪ੍ਰਾਪਤ ਕਰਨ ਵੱਲ ਲੈ ਜਾਵੇਗਾ, ਉਹ ਕਾਰਜ ਜਾਂ ਉਹ ਕੰਮ ਜੋ ਮੈਂ ਇਸ ਸਮੇਂ ਨਹੀਂ ਕਰ ਰਿਹਾ ਅਤੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਜ਼ਰੂਰ ਕਰੇਗਾ, ਜਾਂ ਉਹ ਲੋਕ ਜਾਂ ਉਹ ਜਗ੍ਹਾ, ਉਹ ਸਥਾਨ ਜਿਨ੍ਹਾਂ ਤੋਂ ਮੈਂ ਇਹ ਕਰ ਸਕਦਾ ਹਾਂ, ਉਹਨਾਂ ਨੂੰ ਆਪਣੇ ਮਾਈਂਡ ਵਿੱਚ ਜ਼ਰੂਰ ਸੈੱਟ ਕਰਨਾ ਚਾਹੀਦਾ ਕਿ ਇਹ ਜਿਹੜੇ ਆ ਮੇਰਾ ਗੋਲ ਅਚੀਵ ਕਰਨ ਦੇ ਵਿੱਚ ਮੇਰੀ ਜਿਹੜੀ ਆ ਉਹ ਹੈਲਪ ਕਰਨਗੇ। ਫਿਰ ਆ ਜਾਂਦਾ ਕਿ ਕੁਛ ਵੀ ਕਰਨ ਵਿੱਚ ਸਾਨੂੰ ਖੁਦ 'ਤੇ ਯਕੀਨ ਰੱਖਣਾ ਚਾਹੀਦਾ, ਆਪਣੀ ਯੋਗਤਾ 'ਤੇ ਵਿਸ਼ਵਾਸ ਰੱਖੋ, ਤੁਹਾਡੇ ਵਿੱਚ ਸੈਲਫ ਕੌਨਫੀਡੈਂਸ ਹੋਣਾ ਚਾਹੀਦਾ। ਜੋ ਕੈਪੇਬਿਲਿਟੀ ਆ ਉਹਦੇ ਵਿੱਚ ਤੁਹਾਨੂੰ ਪੂਰੇ ਪਰਫੈਕਟ ਕੌਨਫੀਡੈਂਸ ਹੋਣਾ ਚਾਹੀਦਾ ਕਿ ਆਪਣੀਆਂ ਤਾਕਤਾਂ 'ਤੇ ਜਾਇਜ਼ ਸੈਲਫ ਕੌਨਫੀਡੈਂਸ ਹੋਵੇ, ਬਗੈਰ ਅਸੀਂ ਸਫਲ ਅਤੇ ਖੁਸ਼ ਨਹੀਂ ਹੋ ਸਕਦੇ। ਸੈਟ ਯੂਅਰ ਗੋਲ ਹਾਈ ਐਂਡ ਨੈਵਰ ਸਟਾਪ ਅੰਟਿਲ ਯੂ ਗੈਟ ਦੇਅਰ, ਕਿ ਆਪਣੇ ਜਿਹੜੇ ਹਾਈ ਜਿਹੜੇ ਗੋਲ ਆ ਉਹਨਾਂ ਨੂੰ ਆਪਣੇ ਮਾਈਂਡ ਵਿੱਚ ਸੈੱਟ ਕਰੋ ਅਤੇ ਉਨੀ ਦੇਰ ਤੱਕ ਕਦੇ ਨਾ ਰੁਕੋ ਜਿੰਨੀ ਦੇਰ ਤੱਕ ਤੁਸੀਂ ਉਹਨਾਂ ਨੂੰ ਪ੍ਰਾਪਤ ਕਰ ਨਹੀਂ ਲੈਂਦੇ। ਉਹਨਾਂ ਨੂੰ ਪ੍ਰਾਪਤ ਕਰਨ ਦੇ ਵਿੱਚ ਤੁਸੀਂ ਮਿਹਨਤ, ਮੁਸ਼ੱਕਤ, ਆਪਣੀ ਜੀ ਜਾਨ ਇੰਨੀ ਲਗਾ ਦਿਓ ਕਿ ਜੋ ਵੀ ਤੁਸੀਂ ਆਊਟਪੁੱਟ ਸੋਚੀ ਹੋਈ ਆਪਣੇ ਮਾਈਂਡ ਵਿੱਚ ਉਹ ਨਹੀਂ ਪ੍ਰਾਪਤ ਕਰਦੇ ਤਾਂ ਉਸ ਦੇ ਨੇੜੇ ਤਾਂ ਪਹੁੰਚ ਸਕੋ, ਇੰਨੀ ਮਿਹਨਤ ਤੁਹਾਨੂੰ ਕਰਨੀ ਚਾਹੀਦੀ ਹੈ। ਅਸਫਲਤਾ ਲਈ ਆਪਣੇ ਆਪ ਨੂੰ ਸਥਾਪਿਤ ਕਰਨ ਨਾਲੋਂ ਸਾਡੀ ਸਵੈ ਪ੍ਰਭਾਵਸ਼ੀਲਤਾ ਦੀ ਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕੁਛ ਚੀਜ਼ਾਂ। ਟੀਚੇ ਜਾਂ ਜਿਹੜੇ ਗੋਲ ਆ ਸਾਡੇ, ਉਹ
ਹਮੇਸ਼ਾ ਯਥਾਰਥਵਾਦੀ ਪ੍ਰਾਪਤੀਯੋਗ ਹੋਣੀ ਚਾਹੀਦੀ ਹੈ ਕਿ ਜੋ ਸਾਡੀ ਕੈਪੇਬਿਲਿਟੀ ਦੇ ਅਕੋਰਡਿੰਗ ਹੋਣਗੇ, ਅਸੀਂ ਇੰਨੀ ਮਿਹਨਤ ਕਰਾਂਗੇ ਅਤੇ ਸਾਨੂੰ ਇੰਨੀ ਆਊਟਪੁੱਟ ਜੋ ਆ ਪ੍ਰਾਪਤ ਹੋਏਗੀ। ਉਹਨਾਂ ਦੀ ਇੱਕ ਡੈਡਲਾਈਨ ਹੋਣੀ ਚਾਹੀਦੀ, ਕਹਿਣ ਤੋਂ ਭਾਵ ਅੰਤਿਮ ਤਰੀਕ ਹੋਣੀ ਚਾਹੀਦੀ ਕਿ ਇਸ ਡੇਟ ਤੱਕ ਅਸੀਂ ਇਹ ਕੰਮ ਸਮਾਪਤ ਕਰਨਾ ਹੀ ਹੈ ਹਰ ਹੀਲੇ, ਤਾਂ ਹੀ ਅਸੀਂ ਉਹਨਾਂ ਨੂੰ ਜਲਦੀ ਕਰਾਂਗੇ ਔਰ ਜ਼ਿਆਦਾ ਕੋਸ਼ਿਸ਼ ਕਰਾਂਗੇ ਔਰ ਆਪਣੇ ਜਿਹੜੇ ਰਿਜ਼ਲਟ ਹੋਣਗੇ ਉਹ ਸਾਨੂੰ ਜਲਦੀ ਮਿਲਣਗੇ। ਹਾਲਾਂਕਿ ਅੰਤਿਮ ਤਰੀਕ ਬਦਲ ਸਕਦੀ, ਪਰ ਤੁਹਾਡੀ ਕੋਸ਼ਿਸ਼ ਉਵੇਂ ਹੀ ਰਹਿਣੀ ਚਾਹੀਦੀ ਹੈ। ਕਿਸੇ ਇੱਕ ਨਿਰਧਾਰਿਤ ਸਮੇਂ ਸੀਮਾ ਅੰਦਰ ਕੰਮ ਕਰਵਾਉਣ ਲਈ ਹਮੇਸ਼ਾ ਇੱਕ ਡੈਡਲਾਈਨ ਜਿਹੜੀ ਆ ਉਹ ਨਿਰਧਾਰਿਤ ਕਰਨੀ ਚਾਹੀਦੀ ਹੈ। ਨਤੀਜੇ ਆਧਾਰਿਤ ਟੀਚਿਆਂ ਦੀਆਂ ਉਦਾਹਰਨਾਂ। ਨਤੀਜੇ ਦੇ ਆਧਾਰਿਤ ਟੀਚਿਆਂ ਦੀ ਉਦਾਹਰਣ ਹੇਠਾਂ ਹਨ। ਇੱਕ ਵਿਦਿਆਰਥੀ ਇੱਕ ਇਮਤਿਹਾਨ ਵਿੱਚ ਉੱਚ ਪ੍ਰਾਪਤ ਕਰਨ ਦਾ ਟੀਚਾ ਨਿਰਧਾਰਿਤ ਕਰਦਾ ਹੈ। ਫੋਰ ਐਗਜ਼ਾਮਪਲ, ਇੱਕ ਸਟੂਡੈਂਟ ਆਪਣੇ ਮਾਈਂਡ ਵਿੱਚ ਇਹ ਮੋਟਿਵ ਰੱਖਦਾ ਹੈ ਕਿ ਮੈਂ ਆਪਣੇ ਐਗਜ਼ਾਮ ਵਿੱਚੋਂ ਇੰਨੇ ਮਾਰਕਸ ਲੈਣੇ ਹੀ ਲੈਣੇ ਹਨ, ਅਤੇ ਉਸ ਵਾਸਤੇ ਉਹ ਕੀ ਕਰੇਗਾ, ਮਿਹਨਤ ਕਰੇਗਾ, ਪੜ੍ਹੇਗਾ, ਹੋਰ ਇਨਫੋਰਮੇਸ਼ਨ ਇਕੱਠੀ ਕਰੇਗਾ, ਆਪਣੇ ਟੀਚਰਸ ਦੇ ਨਾਲ ਮਤਲਬ ਉਹਨਾਂ ਦੀ ਹੈਲਪ ਲਏਗਾ। ਇੱਕ ਐਥਲੀਟ ਇੱਕ ਦਿਨ ਵਿੱਚ 5 ਮੀਲ ਦੌੜ ਸਕਦਾ, ਉਹਨੂੰ ਆਪਣੀ ਕੈਪੇਬਿਲਿਟੀ ਚੈੱਕ ਕਰਨ ਵਾਸਤੇ ਡੇਲੀ ਪ੍ਰੈਕਟਿਸ ਕਰਨੀ ਪਏਗੀ ਤਾਂ ਕਿ ਉਹ ਉੱਥੋਂ ਤੱਕ ਪਹੁੰਚ ਸਕੇ। ਇੱਕ ਯਾਤਰੀ 3 ਘੰਟਿਆਂ ਵਿੱਚ ਇੱਕ ਮੰਜ਼ਿਲ ਵਾਲੇ ਸ਼ਹਿਰ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰ ਸਕਦਾ ਹੈ। ਕਹਿਣ ਤੋਂ ਭਾਵ ਕਿ ਇਹ ਤਿੰਨੋਂ ਐਗਜ਼ਾਮਪਲਸ ਉਹ ਆ ਜੋ ਤਿੰਨਾਂ ਨੂੰ ਵੱਖ-ਵੱਖ ਉਹਨਾਂ ਦੇ ਜਿਹੜੇ ਗੋਲ ਆ ਉੱਥੋਂ ਤੱਕ ਪਹੁੰਚਣ ਵਿੱਚ ਹੈਲਪ ਕਰਨਗੀਆਂ ਕਿ ਸਟੂਡੈਂਟ ਕੀ ਕਰੇਗਾ, ਮਿਹਨਤ ਕਰੇਗਾ, ਪੜ੍ਹੇਗਾ, ਹਾਈਐਸਟ ਮਾਰਕਸ ਲੈਣ ਦੇ ਲਈ ਐਥਲੀਟ ਜਿਹੜਾ ਉਹ ਆਪਣੀ ਬਾਡੀ ਦੇ ਉੱਤੇ ਵਰਕ ਕਰੇਗਾ, ਹੋਰ ਜ਼ਿਆਦਾ ਵਰਜਿਸ਼ ਕਰੇਗਾ, ਹੋਰ ਜ਼ਿਆਦਾ ਪ੍ਰੈਕਟਿਸ ਕਰੇਗਾ ਦੌੜਨ ਦੇ ਲਈ। ਠੀਕ ਹੈ। ਸੋ ਸਕਸੈਸ ਇਜ਼ ਅ ਰਿਜ਼ਲਟ ਨਾਟ ਅ ਗੋਲ, ਕਿ ਜਿਹੜੀ ਸਫਲਤਾ ਸਾਨੂੰ ਲਾਸਟ 'ਤੇ ਪ੍ਰਾਪਤ ਹੁੰਦੀ ਆ ਉਹ ਕੀ ਆ, ਇੱਕ ਨਤੀਜੇ ਦੇ ਰੂਪ ਵਿੱਚ ਜਿਹੜੀ ਆ ਸਾਡੇ ਸਾਹਮਣੇ ਹੁੰਦੀ ਹੈ, ਨਾ ਕਿ ਉਹ ਗੋਲ ਹੁੰਦਾ। ਗੋਲ ਹੁੰਦਾ ਕਿ ਹਾਂ ਅਸੀਂ ਉੱਥੋਂ ਤੱਕ ਪਹੁੰਚਣਾ, ਅਤੇ ਪਹੁੰਚ ਕੇ ਜੋ ਸਾਨੂੰ ਆਊਟਪੁੱਟ ਮਿਲਦੀ ਹੈ ਉਹ ਸਕਸੈਸ ਹੁੰਦੀ ਹੈ, ਜੋ ਕਿ ਇੱਕ ਰਿਜ਼ਲਟ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਸੋ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਅੱਜ ਸਮਝਾਇਆ ਹੋਇਆ ਟੌਪਿਕ ਜਿਹੜਾ ਸਮਝ ਆ ਗਿਆ ਹੋਏਗਾ ਕਿ ਇਸ ਟੌਪਿਕ ਵਿੱਚ ਮੈਂ ਕੀ ਕਹਿਣਾ ਚਾਹਿਆ ਹੈ ਕਿ ਰਿਜ਼ਲਟ ਕੀ ਹੈ, ਗੋਲ ਕੀ ਹੈ, ਸਕਸੈਸ ਕੀ ਹੈ, ਸਾਨੂੰ ਕੀ ਕਰਨਾ ਚਾਹੀਦਾ ਹੈ। ਸੋ ਭਵਿੱਖ ਵਿੱਚ ਮੈਂ ਸਾਰੇ ਵਿਦਿਆਰਥੀਆਂ ਦੀ ਸਹੀ ਉਪਲਬਧੀ ਲਈ ਕਾਮਨਾ ਕਰਦੀ ਹਾਂ। ਧੰਨਵਾਦ। ਰਵਨੀਤ ਕੌਰ, ਅਪੈਰਲ ਟ੍ਰੇਨਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ ਰਾਜਪੂਤਾਂ, ਅੰਮ੍ਰਿਤਸਰ। ਥੈਂਕਸ।